100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਸ਼ਾਮ ਦੇ 5:30 ਹੋਏ ਨੇ। ਵੇਲਾ ਹੋ ਗਿਆ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਪਸੰਦੀਦਾ ਲਾਈਵ ਫੋਨ ਇਨ ਪ੍ਰੋਗਰਾਮ ਕਿਸਾਨ ਵਾਣੀ ਦਾ। ਪ੍ਰੋਗਰਾਮ ਪੇਸ਼ ਕਰਨਗੇ ਅਮਰਜੀਤ ਸਿੰਘ ਵੜੈਚੋਰੀ। किसान वीरो ते किसान भैणों, जय हिंद। ਅਮਰਜੀਤ ਸਿੰਘ ਵੜੈਚ ਹੋਰਾਂ ਨੇ ਪ੍ਰੋਗਰਾਮ ਕਿਸਾਨ ਵਾਣੀ 2004 ਤੋਂ ਲਗਾਤਾਰ 2020 ਤੱਕ ਕੀਤਾ। ਇਸ ਲੰਬੇ ਅਰਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਉਹਨਾਂ ਨਾਲ ਜੁੜਦੇ ਚਲੇ ਗਏ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਕੰਮ ਕਰੀਦਾ ਵਾਪਰਦੀਆਂ ਨੇ ਕਿਸਾਨ ਵਾਣੀ ਨਾਲ, ਕਿਉਂਕਿ ਮੈਂ ਬਹੁਤ ਲੰਮੇ ਸਮੇਂ ਲਈ ਜੁੜਿਆ ਰਿਹਾ। ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਕੈਥਲ, ਅੰਬਾਲਾ ਤੇ ਦੂਰੋਂ ਕਿਸਾਨ ਹੁਮਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲੱਗੇ। ਕੈਫੀਅਤ ਇਹ ਸੀ ਕਿ ਸੁਣਨ ਵਿੱਚ ਆਉਣ ਲੱਗਾ ਕਿ ਅਸੀਂ ਆਪਣੇ ਕੰਮ ਧੰਦੇ ਛੱਡ ਕੇ ਪ੍ਰੋਗਰਾਮ ਸੁਣਦੇ ਹਾਂ, ਕਿਉਂਕਿ ਵੜੈਚ ਸਾਹਿਬ ਵੀ ਇਸ ਪ੍ਰੋਗਰਾਮ ਦੇ ਨਾਲ ਦਿਲੋਂ ਜੁੜੇ ਹੋਏ ਸਨ ਤੇ ਇਸ ਹੁੰਗਾਰੇ ਨੂੰ ਦੇਖਦਿਆਂ ਉਹਨਾਂ ਦਾ ਉਤਸ਼ਾਹ ਹੋਰ ਵਧਣ ਲੱਗਾ ਤੇ ਉਹਨਾਂ ਇਸ ਖਿੱਤੇ ਨਾਲ ਜੁੜੇ ਹਰੇਕ ਪੱਖ, ਹਰੇਕ ਪਹਿਲੂ ਨੂੰ ਛੋਇਆ। ਆਏ ਦਿਨ ਐਕਸਪਰਟਸ ਨਾਲ ਗੱਲਬਾਤ ਕੀਤੀ ਜਾਂਦੀ, ਲਾਈਵ ਫੋਨ ਇਨ ਪ੍ਰੋਗਰਾਮ ਜ਼ਰੀਏ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ। KVK ਰੌਣੀ, KVK ਸ਼ਮਸ਼ੇਰ ਨਗਰ ਫਤਿਹਗੜ੍ਹ ਸਾਹਿਬ, ਖੇੜੀ ਸੰਗਰੂਰ, ਸਮਰਾਲਾ, ਰੋਪੜ ਤੇ KVK ਗੜਵਾਸੂ ਦੇ ਐਕਸਪਰਟਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਸਨ। BBC ਤੋਂ ਬਾਅਦ ਦੁਨੀਆ ਦੀ ਸੈਕਿੰਡ ਵੱਡੀ ਡੈਮੋਕ੍ਰੇਸੀ ਆਕਾਸ਼ਵਾਣੀ ਨੂੰ ਕਿਹਾ ਜਾਂਦਾ ਹੈ। ਦੋਸਤੋ, ਇਸ ਆਕਾਸ਼ਵਾਣੀ ਨੇ ਦਸ਼ਕਾਂ ਤੋਂ ਲੋਕਾਂ ਦੀ ਸੇਵਾ ਕੀਤੀ ਹੈ। ਪਰਸਪਰ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਸਮਝਦਿਆਂ ਆਪਣੀ ਗਰਿਮਾ ਤੇ ਆਪਣੇ ਗਰੂਰ ਨੂੰ ਕਾਇਮ ਰੱਖਿਆ ਹੈ ਔਰ ਅੱਜ ਵੀ ਲੋਕੀ ਉਸੇ ਤਰ੍ਹਾਂ ਇਸ ਦੇ ਨਾਲ ਜੁੜੇ ਹੋਏ ਨੇ। ਅੱਜ ਜਿਵੇਂ ਇੰਟਰਨੈਟ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅਸੀਂ ਦੇਖਦੇ ਹਾਂ ਕਿ ਜੋ ਵੀ ਪ੍ਰੋਗਰਾਮ ਰਿਕਾਰਡ ਕੀਤੇ ਜਾਂਦੇ ਨੇ ਔਰ ਰਿਲੇ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਪ੍ਰੋਗਰਾਮਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਪੋਸਟ ਕਰ ਦਿੰਦੇ ਹਾਂ। ਜਦੋਂ ਤੁਹਾਨੂੰ ਸਮਾਂ ਲੱਗਦਾ ਤੁਸੀਂ ਦੇਖ ਸਕਦੇ ਹੋ। ਪਰ ਅੱਜ ਵੀ ਇਹ ਰੂਲ ਆਕਾਸ਼ਵਾਣੀ ਦਾ ਕਾਇਮ ਹੈ ਕਿ ਇਹ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਆਪਣੇ ਪ੍ਰੋਗਰਾਮ ਰਿਲੇ ਕਰਦੇ ਹੈ ਔਰ ਜੇਕਰ ਤੁਸੀਂ ਇਹਨਾਂ ਨੂੰ ਸੁਣਨਾ ਹੈ ਤਾਂ ਉਸ ਪਰਟੀਕੂਲਰ ਟਾਈਮ ਸਲੋਟ ਦੇ ਵਿੱਚ ਤੁਸੀਂ ਇਹਨਾਂ ਨੂੰ ਟਿਊਨ ਕਰੋ ਤੇ ਤਾਂ ਹੀ ਇਹਨਾਂ ਨੂੰ ਸੁਣ ਸਕਦੇ ਹੋ। ਇਹ ਅੱਜ ਵੀ ਆਪਣੇ ਪ੍ਰੋਗਰਾਮ ਜੋ ਨੇ ਉਹ ਪੋਸਟ ਨਹੀਂ ਕਰਦੇ। ਆਕਾਸ਼ਵਾਣੀ ਨਾਲ ਸੰਬੰਧਿਤ ਬੜੇ ਹੀ ਖੂਬਸੂਰਤ ਕਿੱਸੇ ਅੱਜ ਮਿਸਟਰ ਅਮਰਜੀਤ ਸਿੰਘ ਵੜੈਚ ਸਾਡੇ ਨਾਲ ਸਾਂਝਾ ਕਰਨਗੇ। ਇੱਕ ਸਮਾਂ ਸੀ ਜਦੋਂ ਇਹਨਾਂ ਨੇ ਆਕਾਸ਼ਵਾਣੀ ਪਟਿਆਲਾ ਵਿਖੇ, ਜਿਸ ਦੀ ਫ੍ਰੀਕੁਐਂਸੀ ਹੈ 100.2 ਮੈਗਾਹਰਟਜ਼, ਉੱਥੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿਸਾਨ ਵਾਣੀ। ਔਰ ਇਸ ਕਿਸਾਨ ਵਾਣੀ ਨੂੰ ਕਿਉਂਕਿ ਵੜੈਚ ਸਾਹਿਬ ਬਹੁਤ ਜ਼ਿਆਦਾ ਇਨੀਸ਼ੀਏਟਿਵ ਲੈਣ ਵਾਲੇ ਵਿਅਕਤੀ ਨੇ ਔਰ ਕੰਮ ਨੂੰ ਬੜੇ ਹੀ ਤਨਦੇਹੀ ਦੇ ਨਾਲ ਕਰਦੇ ਨੇ, ਸੋ ਉਸ ਕਿਸਾਨ ਵਾਣੀ ਨੂੰ ਜੋ ਹਰ ਰੋਜ਼ 5:30 ਵਜੇ ਲਾਈਵ ਕੀਤਾ ਜਾਂਦਾ ਸੀ ਤੇ ਕਿਸਾਨ ਜਿਹੜੇ ਨੇ ਉਹ ਇੰਨੇ ਤਤਪਰ ਰਹਿ ਕੇ ਇਸ ਪ੍ਰੋਗਰਾਮ ਨੂੰ ਸੁਣਿਆ ਕਰਦੇ ਸਨ ਔਰ ਇੰਨੀ ਜ਼ਿਆਦਾ ਸ਼ਮੂਲੀਅਤ ਹੁੰਦੀ ਸੀ। ਉਸ ਵੇਲੇ ਦਾ ਬੜਾ ਹੀ ਹਿੱਟ ਪ੍ਰੋਗਰਾਮ ਸੀ ਜਿੰਨਾ ਚਿਰ ਅਮਰਜੀਤ ਸਿੰਘ ਵੜੈਚ ਨੇ ਇਹ ਪ੍ਰੋਗਰਾਮ ਕੀਤਾ। ਸੋ ਕਿਸਾਨਾਂ ਨਾਲ ਸੰਬੰਧਿਤ ਬੜੇ ਹੀ ਬਾਕਮਾਲ ਕਿੱਸੇ ਇਹਨਾਂ ਦੀ ਜ਼ਿੰਦਗੀ ਰੂਪੀ ਕਿਤਾਬ ਦੇ ਵਿੱਚ ਸ਼ੁਮਾਰ ਨੇ ਤੇ ਅੱਜ ਅਸੀਂ ਉਹ ਤਮਾਮ ਕਿੱਸੇ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਔਰ ਯਕੀਨਨ ਤੁਸੀਂ ਇਸ ਦਾ ਆਨੰਦ ਵੀ ਜ਼ਰੂਰ ਮਾਣੋਗੇ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਪ੍ਰੋਗਰਾਮ ਅਨਮਿਊਟ ਕਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਮੈਨੂੰ ਯਾਦ ਹੈ ਇੱਕ ਵਾਰੀ ਕਿਸਾਨ ਵਾਣੀ ਪ੍ਰੋਗਰਾਮ ਕਰਨ ਵਾਸਤੇ ਅਸੀਂ ਕਿਸੇ ਫਾਰਮ 'ਤੇ ਗਏ ਤੇ ਕਿਉਂਕਿ ਆਡੀਓ ਹੀ ਹੁੰਦਾ ਸੀ ਸਾਡਾ ਮਾਧਿਅਮ, ਤਾਂ ਕੀ ਹੋਇਆ ਕਿ ਅਸੀਂ ਇਹ ਸੋਚਿਆ ਕਿ ਬੋਰ 'ਤੇ ਬੈਠ ਕੇ ਪ੍ਰੋਗਰਾਮ ਕਰਦੇ ਹਾਂ। ਉਹਨਾਂ ਦੇ ਬੋਰ ਚਲਾ ਲਿਆ ਤੇ ਉੱਥੇ ਅਸੀਂ ਲਾਈਵ ਕਰਨਾ ਸੀ ਪ੍ਰੋਗਰਾਮ, ਮਾਈਕ ਫੜਿਆ ਹੋਇਆ ਸੀ। ਤਾਂ ਉਹ ਸਾਡੇ ਕੋਲੇ ਬੈਠ ਕੇ ਗੱਲਾਂ ਕਰਦਿਆਂ ਅਸੀਂ ਭੁੱਲ ਗਏ
ਕਿ ਅਸੀਂ ਚੁਬੱਚੇ ਦੇ ਉਸ ਥਾਂ ਤੇ ਬੈਠੇ ਹੋਏ ਆ ਜਿੱਥੋਂ ਪਾਣੀ ਅਗਲੇ ਪਾਸੇ ਡਿੱਗਦਾ ਹੈ। ਔਰ ਤੁਸੀਂ ਬਹੁਤ ਸਾਰੇ ਜਾਣਦੇ ਹੋਵੋਗੇ ਕਿ ਜਿੱਥੇ ਪਾਣੀ ਡਿੱਗਦਾ ਹੈ ਨਾ, ਉੱਥੇ ਲਗਾਤਾਰ ਪਾਣੀ ਪੈਣ ਕਰਕੇ ਕਾਈ ਜੰਮ ਜਾਂਦੀ ਹੈ ਹਰੇ ਰੰਗ ਦੀ, ਔਰ ਉਹਦੇ ਉੱਤੇ ਤੁਸੀਂ ਹੱਥ ਲਾਓ ਤੇ ਉਹ ਤਿਲਕਵਾਉਂਦਾ। ਤਾਂ ਉਹ ਗੱਲਾਂ ਕਰਦਿਆਂ ਕਿਤੇ ਮੇਰਾ ਪੈਰ ਉਸ ਕਾਈ ਦੇ ਉੱਤੇ ਲੱਗ ਗਿਆ ਤੇ ਮੈਂ ਥੋੜਾ ਜਿਹਾ ਵੈਸੇ ਆਪਣੇ ਆਪ ਨੂੰ, ਜਿਵੇਂ ਆਪਾਂ ਕਈ ਵਾਰੀ ਬੈਠੇ ਬੈਠੇ ਹਿਲਦੇ ਆ, ਪੋਜੀਸ਼ਨ ਥੋੜੀ ਜਿਹੀ ਬਦਲਦੇ ਆ, ਤਾਂ ਮੈਂ ਪੈਰ ਉਹਦੇ ਉੱਤੇ ਥੋੜਾ ਜਿਹਾ ਜ਼ੋਰ ਪਾ ਕੇ ਆਪਣਾ ਹਿੱਲਣ ਲੱਗਿਆ ਕਿ ਮੈਂ ਸੈੱਟ ਹੋ ਜਾਵਾਂ ਥੋੜਾ ਜਿਹਾ। ਮੇਰਾ ਪੈਰ ਜਿਉਂ ਹੀ ਉਸ ਕਾਈ ਤੇ ਪਿਆ ਤੇ ਉਹ ਇੱਕਦਮ ਇੰਨਾ ਸਲਿੱਪ ਹੋਇਆ ਕਿ ਮੇਰਾ ਮਾਈਕ ਵੀ ਡਿੱਗ ਪਿਆ, ਇੱਕ ਮੇਰਾ ਹੱਥ ਪਿੱਛੇ ਪਾਣੀ ਜਿੱਥੇ ਚੱਲ ਰਿਹਾ ਸੀ ਉਹਦੇ ਵਿੱਚ ਚਲਿਆ ਗਿਆ, ਤੇ ਉਹ ਮੇਰੇ ਨਾਲ ਜਿਹੜੇ ਕਿਸਾਨ ਸੀ ਆਪਣੇ ਬਲਬੀਰ ਸਿੰਘ ਸੀਗੇ, ਉਹਨਾਂ ਦਾ ਨਾਮ ਮੈਨੂੰ ਯਾਦ ਹੈ, ਉਹ ਵਿਚਾਰੇ ਇੱਕਦਮ ਘਬਰਾ ਗਏ ਤੇ ਉਹਨਾਂ ਨੇ ਚਾਹਿਆ ਕਿ ਉਹ ਮੈਨੂੰ ਬਚਾ ਲੈਣ। ਜਿਉਂ ਹੀ ਉਹਨਾਂ ਨੇ ਮੈਨੂੰ ਮੋਢਿਆਂ ਤੋਂ ਫੜਨਾ ਚਾਹਿਆ ਤੇ ਉਹ, ਤੁਹਾਨੂੰ ਪਤਾ ਕਿ ਜਿਹੜੇ ਕਿਸਾਨ ਹੁੰਦੇ ਨੇ ਨਾ, ਜਿਹੜੀ ਪੱਗ ਪੁੱਗ ਬੰਨ੍ਹਦੇ ਆ ਉਹ ਢਿੱਲੀ ਜਿਹੀ ਹੁੰਦੀ ਹੈ, ਉਹ ਨਾਲ ਦੀ ਨਾਲ ਉਹਨਾਂ ਦੀ ਪੱਗ ਖੁੱਲ੍ਹ ਕੇ ਤੇ ਉਹ ਪਾਣੀ 'ਚ ਚਲੀ ਗਈ। ਮੈਨੂੰ ਤੇ ਉਹਨਾਂ ਨੇ ਬਚਾ ਲਿਆ, ਲੇਕਿਨ ਨਾਲ ਦੀ ਨਾਲ ਜਦੋਂ ਪੱਗ ਪਾਣੀ 'ਚੋਂ ਨਿਕਲ ਕੇ ਉਹ ਫਿਰ ਸਾਡੇ ਉੱਤੇ ਆ ਕੇ ਡਿੱਗ ਪਈ। ਆਲੇ ਦੁਆਲੇ ਜਿੰਨੇ ਲੋਕ ਖੜੇ ਸੀਗੇ ਉਹ ਨਾਲੇ ਤਾਂ ਹੱਸਣ ਤੇ ਨਾਲੇ ਉਹਨਾਂ ਨੂੰ ਇਹ ਫਿਕਰ ਪੈ ਗਿਆ ਵੀ ਕਿਤੇ ਸੱਟ ਤਾਂ ਨਹੀਂ ਲੱਗ ਗਈ ਉਹਨਾਂ ਦੇ, ਲੇਕਿਨ ਇਹ ਆ ਕਿ ਉਹ ਬਲਬੀਰ ਸਿੰਘ ਹੋਣੀ ਤੇ ਬਚ ਗਏ। ਲੇਕਿਨ ਮੇਰੇ ਗੋਡੇ ਦੇ ਵਿੱਚ, ਮੈਨੂੰ ਹਾਲ ਤੱਕ ਯਾਦ ਹੈ ਕਿ 2-3 ਸਾਲ ਮੇਰੇ ਗੋਡੇ ਦੇ ਵਿੱਚ ਜਰਕ ਲੱਗੀ ਦੀ ਥੋੜੀ ਪੇਨ ਹੁੰਦੀ ਰਹੀ, ਉਹ ਐਸੇ ਮਸਲ ਜਿਹੜੇ ਆ ਉਹ ਪੁੱਲ ਹੋ ਗਏ। ਇੱਕ ਵਾਰ ਕਿਸਾਨ ਮਿਲਣੀ ਹੋਈ, ਉਸ ਮਿਲਣੀ ਦੇ ਵਿੱਚ ਬਹੁਤ ਸਾਰੇ ਕਿਸਾਨ ਆਏ ਤੇ ਉਹ ਦੱਸਣ ਲੱਗ ਪਏ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕੀ ਰੋਲ ਰਿਹਾ ਹੈ ਤੇ ਇਹਦੇ ਨਾਲ ਜੁੜੇ ਜਿਹੜੇ ਬਾਕੀ ਮਹਿਕਮੇ ਆ। ਤੇ ਉੱਥੇ ਆਕਾਸ਼ਵਾਣੀ ਦਾ ਵੀ ਜ਼ਿਕਰ ਹੋਇਆ ਕਿ ਰੇਡੀਓ ਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਇੱਕ ਜ਼ਮਾਨਾ ਸੀ ਜਦੋਂ ਹਰੀ ਕ੍ਰਾਂਤੀ ਆਈ ਸੀ, ਇਹ 1970 ਦੀ ਗੱਲ ਹੈ ਕਿ ਉਦੋਂ ਟੀਵੀ ਤੇ ਹੁੰਦਾ ਨਹੀਂ ਸੀ, ਅਖਬਾਰਾਂ ਸੀ ਤੇ ਅਖਬਾਰਾਂ ਵੀ ਆਮ ਪਿੰਡਾਂ ਤੱਕ ਨਹੀਂ ਸੀ ਜਾਂਦੀਆਂ, ਸਿਰਫ ਰੇਡੀਓ ਪਹੁੰਚਦਾ ਸੀ। ਤੇ ਜਿਹੜੇ ਨਵੇਂ ਬੀਜ ਹਰੀ ਕ੍ਰਾਂਤੀ ਦੇ ਦੌਰਾਨ ਗਵਰਨਮੈਂਟ ਨੇ ਫਾਰਮਰਸ ਤੱਕ ਪਹੁੰਚਾਉਣੇ ਸੀ, ਉਹ ਲੋਕੀ ਬੀਜਾਂ ਦੇ ਨਾਮ ਨਹੀਂ ਸੀ ਜਾਣਦੇ। ਦਿਹਾਤੀ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਚੱਲਦਾ ਹੁੰਦਾ ਸੀ ਤੇ ਉਹਦੇ ਵਿੱਚ ਉਹਨਾਂ ਬੀਜਾਂ ਦੇ ਨਾਮ ਦੱਸੇ ਜਾਂਦੇ ਸੀ ਵੀ ਕਣਕ ਦਾ ਇਹ ਉੱਨਤ ਬੀਜ ਹੈ, ਝੋਨੇ ਦਾ ਇਹ ਉੱਨਤ ਬੀਜ ਹੈ, ਕਪਾਹ ਦਾ ਇਹ ਉੱਨਤ ਬੀਜ ਹੈ, ਸਬਜ਼ੀਆਂ ਦੇ ਇਹ। ਤੁਸੀਂ ਦੇਖੋ ਰੇਡੀਓ ਦੀ ਪਾਪੂਲੈਰਿਟੀ ਉਸ ਜ਼ਮਾਨੇ ਦੇ ਵਿੱਚ ਕਿ ਕਿਸਾਨ ਉਹ ਪ੍ਰੋਗਰਾਮ ਸੁਣਨ ਵਾਸਤੇ 6:30 ਵਜੇ ਹਰ ਕੰਮ ਛੱਡ ਕੇ ਰੇਡੀਓ ਦੇ ਆਲੇ ਦੁਆਲੇ ਬਹਿ ਜਾਂਦੇ ਸੀ। ਔਰ ਇੱਕ ਰੇਡੀਓ ਕਈ ਵਾਰੀ ਪਿੰਡਾਂ 'ਚ ਹੁੰਦਾ ਸੀ ਕਿਉਂਕਿ ਸਰਕਾਰ ਨੇ ਰੇਡੀਓ ਪਿੰਡਾਂ ਵਿੱਚ ਦਿੱਤੇ ਸੀ। ਤਾਂ ਉਸ ਵਕਤ ਰੇਡੀਓ ਦੀ ਪਾਪੂਲੈਰਿਟੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਕਿ ਲੋਕ ਕਹਿੰਦੇ ਸੀ ਰੇਡੀਓ ਦੇ ਜਿਹੜੇ ਬੀਜ ਸੀ ਨਾ ਆਮ, ਉਹਨਾਂ ਦਾ ਨਾਮ ਪੈ ਗਿਆ ਸੀ ਰੇਡੀਓ ਸੀਡਸ, ਰੇਡੀਓ ਬੀਜ। ਮਤਲਬ ਲੋਕਾਂ ਨੂੰ ਨਾਮ ਨਹੀਂ ਸੀ ਯਾਦ ਹੁੰਦੇ ਵੀ ਜਿਹੜੇ ਰੇਡੀਓ ਵਾਲਿਆਂ ਨੇ ਬੀਜ ਦੱਸੇ ਆ, ਇੰਨੀ ਪਾਪੂਲੈਰਿਟੀ ਸੀ ਉਸ ਵਕਤ। ਸੋ ਉਸ ਮੇਲੇ ਦੇ ਵਿੱਚ ਇੱਕ ਕਿਸਾਨ ਮਿਲਿਆ, ਉਹਨੇ ਆਪਣੀ ਗਾਥਾ ਦੱਸੀ। ਉਹ ਕਹਿੰਦਾ ਜੀ ਮੈਂ ਨਾ ਪਟਿਆਲੇ ਜਾਂਦਾ ਹੁੰਦਾ ਸੀ ਤੇ ਬੜੀ ਦੇਰ ਨਾ ਅਸੀਂ ਸੋਚਣਾ ਕਿ ਆ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜਾ ਰੌਣੀ ਖੋਲ੍ਹਿਆ ਹੋਇਆ ਹੈ ਇਹ ਕੀ ਚੀਜ਼ ਹੈ। ਕਹਿੰਦਾ ਜੀ ਅਸੀਂ ਨਾ ਇੱਥੇ ਵੜਦੇ ਨਹੀਂ ਸੀ ਹੁੰਦੇ, ਡਰਦੇ ਵੀ ਇੱਥੇ ਬੜੇ ਵੱਡੇ ਅਫਸਰ ਨੇ, ਕਿਉਂਕਿ ਉੱਥੇ ਜੰਗਲ ਸੀ ਤੇ ਅੰਦਰਲੇ ਪਾਸੇ ਉਹਨਾਂ ਨੇ ਜਿਹੜਾ ਉਹ ਕੰਮ ਕਰਦੇ ਹੁੰਦੇ ਸੀ ਤੇ ਉੱਥੇ ਕਾਰਾਂ ਕੂਰਾਂ ਅੰਦਰ ਜਾਇਆ ਕਰਨੀਆਂ, ਪੈਂਟਾਂ ਸ਼ਰਟਸ ਵਾਲੇ ਜਿਹੜੇ ਉੱਥੇ ਮਾਹਿਰ ਫਿਰਿਆ ਕਰਨੇ। ਤਾਂ ਉਹ ਕਹਿੰਦੇ ਜੀ ਅਸੀਂ ਘਬਰਾਉਂਦੇ ਹੁੰਦੇ ਸੀ ਵੀ ਇੱਥੇ ਅੰਦਰ ਜਾ ਕੇ ਅਸੀਂ ਕੀ ਕਰਾਂਗੇ, ਵੀ ਸਾਨੂੰ ਤਾਂ ਗੱਲ ਵੀ ਨਹੀਂ ਕਰਨੀ ਹੋਣੀ। ਕਹਿੰਦੇ ਜੀ ਮੈਂ ਇੱਕ ਦਿਨ ਰੇਡੀਓ FM ਪਟਿਆਲਾ ਤੋਂ ਪ੍ਰੋਗਰਾਮ ਸੁਣਿਆ ਜਿਹਦੇ ਵਿੱਚ ਉਹ ਕ੍ਰਿਸ਼ੀ ਵਿਗਿਆਨ ਬਾਰੇ ਦੱਸ ਰਹੇ ਸੀ, ਕੇਂਦਰ ਬਾਰੇ, ਕਿ ਇੱਥੇ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੇ ਮੈਡਮ ਦਾ ਤੁਸੀਂ ਨਾਮ ਲਿਆ ਵੀ ਇਹਨੂੰ ਮਿਲ ਸਕਦੇ ਹੋ, ਤੇ ਉਹ ਮੁੰਡਾ ਸੀ ਅਮਰਜੀਤ ਖਹਿਰਾ, ਪਿੰਡ ਬਿਰੜਵਾਲ। ਉਹ ਕਿਸਾਨ ਦੀ ਅੱਜ ਦੀ ਮੈਂ ਤੁਹਾਨੂੰ ਦੱਸਦਾ ਹੈ ਕਿ ਉਹ ਰੇਡੀਓ ਦਾ ਪ੍ਰੋਗਰਾਮ ਸੁਣ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਗਿਆ, ਉੱਥੋਂ ਜਾਣਕਾਰੀ ਲਈ ਤੇ ਉਸ ਨੇ ਆਪਣੇ ਬੀਜ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਅੱਜ ਉਹ ਸੀਡ ਪ੍ਰੋਡਿਊਸਰ ਹੈ, ਆਪਣੇ ਬੀਜ ਪੈਦਾ ਕਰਦਾ, ਪੈਦਾ ਕਰਕੇ ਕਿਸਾਨਾਂ 'ਚ ਵੇਚਦਾ, ਦੂਰ ਤੱਕ ਜਾਂਦਾ ਤੇ ਉਹ ਹਮੇਸ਼ਾ ਇਹ ਜ਼ਿਕਰ ਕਰਦਾ ਹੈ ਕਿ ਅੱਜ ਮੈਂ ਜੇਕਰ ਇਸ ਪ੍ਰੋਫੈਸ਼ਨ 'ਚ ਆਇਆ ਤੇ ਇਹਦੇ ਪਿੱਛੇ ਆਲ ਇੰਡੀਆ ਰੇਡੀਓ ਦਾ ਕੰਮ, ਕਿਸਾਨਵਾਣੀ ਦਾ ਬਹੁਤ ਵੱਡਾ ਰੋਲ ਹੈ। ਯੂਨੀਵਰਸਿਟੀ ਦਾ ਆਪਣਾ ਸਰਵੇ ਹੈ ਕਿ ਉਹਨਾਂ ਕੋਲੇ ਜਿਹੜੀਆਂ ਉਹਨਾਂ ਦੀਆਂ ਐਕਸਟੈਂਸ਼ਨ ਸਰਵਿਸਿਜ਼ ਨੇ ਉਹ ਸਿਰਫ 4% ਲੋਕਾਂ ਤੱਕ ਪਹੁੰਚੀਆਂ ਨੇ।
ਹਾਲੇ 96% ਕਿਸਾਨਾਂ ਤੱਕ ਯੂਨੀਵਰਸਿਟੀ ਦੀਆਂ ਆਪਣੀਆਂ ਐਕਸਟੈਂਸ਼ਨ ਸਰਵਿਸ ਨਹੀਂ ਪਹੁੰਚ ਸਕੀਆਂ, ਨਾ ਡਿਪਾਰਟਮੈਂਟ ਪਹੁੰਚਾ ਸਕਿਆ ਐਗਰੀਕਲਚਰ ਜਾਂ ਦੂਸਰੇ ਮਹਿਕਮੇ। ਹਰਿਆਣੇ ਤੋਂ ਕਿਸਾਨ ਇੱਥੇ ਤੱਕ ਦੇਖੋ ਆਉਂਦੇ ਰਹੇ ਆ ਸਾਡੇ ਪੰਜਾਬ ਦੇ ਮੇਲਿਆਂ 'ਚ, ਪਰ ਲੇਕਿਨ ਪੰਜਾਬ ਦੇ ਕਿਸਾਨ ਇੱਥੇ ਨਹੀਂ ਜਾਂਦੇ। ਅਸੀਂ ਪ੍ਰੋਗਰਾਮ ਕਈ ਕਰਦੇ ਸੀ ਤੇ ਸਾਨੂੰ ਹਰਿਆਣੇ ਤੋਂ ਵੀ ਫੋਨ ਆਉਂਦੇ ਸੀ। ਉਹਦੇ ਵਿੱਚ ਮੈਨੂੰ ਹਾਲੇ ਤੱਕ ਯਾਦ ਹੈ, ਇੱਕ ਉੱਥੇ ਕਿਸਾਨ ਹੈ ਬਚਿੱਤਰ ਸਿੰਘ ਨਾਲ ਹੀ ਭੇਵੇ ਦਾ, ਇੱਕ ਸ਼ੀਸ਼ਾ ਸਿੰਘ, ਇੱਕ ਸਤਨਾਮ ਸਿੰਘ। ਇਹ ਸਾਨੂੰ ਪ੍ਰੋਗਰਾਮਾਂ 'ਚ ਕਹਿੰਦੇ ਸੀ ਜੀ ਸਾਨੂੰ ਮੇਲਿਆਂ 'ਚ ਜਾਣ ਦੀ ਲੋੜ ਹੀ ਨਹੀਂ, ਕਹਿੰਦੇ ਵੜੈਚ ਸਾਹਿਬ ਅਸੀਂ ਤਾਂ ਤੁਹਾਡੇ ਪ੍ਰੋਗਰਾਮ ਸੁਣ ਕੇ ਜਿਹੜੇ ਆ ਨਾ ਉਹ ਖੇਤੀਬਾੜੀ ਕਰੀ ਜਾਂਦੇ ਆ। ਸੋ ਹਾਲੇ ਕਿਸਾਨ ਜਿਹੜਾ ਹੈ ਉਹ ਸਾਡਾ ਵਿਗਿਆਨਕ ਢੰਗ ਨਾਲ ਨਹੀਂ ਜੁੜਿਆ ਹੋਇਆ, ਜਿਹੜੀ ਕਿ ਬਹੁਤ ਵੱਡੀ ਲੋੜ ਹੈਗੀ ਹੈ। ਮੈਨੂੰ ਇੱਕ ਮੇਲੇ ਦੇ ਵਿੱਚ ਘਨੌਰ ਦੇ ਨਾਲ ਇੱਕ ਦੋ ਪਿੰਡ ਉੱਥੋਂ ਦੀਆਂ ਬੀਬੀਆਂ ਮਿਲੀਆਂ, ਜਿਨ੍ਹਾਂ ਨੇ ਆਪਣਾ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਸੀ। ਉਹ ਮੁਰੱਬੇ, ਅਚਾਰ, ਸ਼ਿਕੰਜਵੀਆਂ ਬਣਾ ਕੇ ਆਪਣੇ ਸੈਲਫ ਹੈਲਪ ਗਰੁੱਪ ਦੇ ਵਿੱਚ ਵੇਚਦੀਆਂ ਹੁੰਦੀਆਂ ਸੀ। ਉਹ ਮੈਨੂੰ ਮਿਲੀਆਂ ਉੱਥੇ, ਕਹਿੰਦੀਆਂ ਵੜੈਚ ਸਾਹਿਬ ਅਸੀਂ ਤੁਹਾਡਾ ਪ੍ਰੋਗਰਾਮ ਤਾਂ ਰੋਜ਼ ਸੁਣਦੀਆਂ ਸਵੇਰੇ, ਪਰ ਤੁਸੀਂ ਉਹਦੇ ਵਿੱਚ ਕਿਸਾਨ ਵੀਰੋ ਕਹਿੰਦੇ ਹੋ ਤੇ ਬੀਬੀਆਂ ਕਿਉਂ ਨਹੀਂ ਕਹਿੰਦੇ? ਅਸੀਂ ਅਗਲੇ ਦਿਨ ਤੋਂ ਮੈਂ ਉਹ ਪ੍ਰੋਗਰਾਮ ਅਗਲੇ ਦਿਨ ਕੀਤਾ ਔਰ ਇਸ ਐਕਨੋਲਜਮੈਂਟ ਨਾਲ ਕੀਤਾ ਕਿ ਮੈਨੂੰ ਮੇਰੀਆਂ ਬੀਬੀਆਂ ਭੈਣਾਂ ਮਿਲੀਆਂ, ਉਹਨਾਂ ਨੇ ਕਿਹਾ ਕਿ ਤੁਸੀਂ ਸਾਡਾ ਨਾਮ ਕਿਉਂ ਨਹੀਂ ਲੈਂਦਾ। ਔਰ ਉਸ ਤੋਂ ਬਾਅਦ ਲਗਾਤਾਰ ਉਹ ਪ੍ਰੋਗਰਾਮ ਜਦੋਂ ਮੈਂ ਸ਼ੁਰੂ ਕਰਦਾ ਸੀ ਤਾਂ ਮੈਂ ਕਹਿੰਦਾ ਸੀ ਕਿ ਕਿਸਾਨ ਭੈਣੋ ਤੇ ਕਿਸਾਨ ਵੀਰੋ। ਅਸੀਂ ਦੇਖਿਆ ਕਿ ਰੇਡੀਓ ਦਾ ਇੱਕ ਜ਼ਮਾਨਾ ਸੀ ਕਿ ਲੋਕ ਪੰਜਾਬੀ ਦੀ, ਇੰਗਲਿਸ਼ ਦੀ ਜਾਂ ਹਿੰਦੀ ਦੀ ਜੋ ਪ੍ਰੋਨੰਸੀਏਸ਼ਨ ਹੈ ਉਹਨੂੰ ਅੱਛਾ ਬਣਾਉਣ ਵਾਸਤੇ ਰੇਡੀਓ ਸੁਣਦੇ ਸੀ, ਜਾਂ ਉਹਨੂੰ ਅਥੈਂਟੀਕੇਟ ਕਰਨ ਵਾਸਤੇ ਰੇਡੀਓ ਸੁਣਦੇ ਸੀ ਕਿ ਰੇਡੀਓ ਤੇ ਪੰਜਾਬੀ ਕਿਵੇਂ ਬੋਲੀ ਜਾਂਦੀ ਹੈ। ਪੇਂਡੂ ਬੈਕਗਰਾਊਂਡ ਵਾਲੇ, ਉਹਨਾਂ ਦੀ ਪੰਜਾਬੀ ਪ੍ਰੋਨੰਸੀਏਸ਼ਨ, ਉਚਾਰਨ ਬਹੁਤ ਵਧੀਆ ਹੁੰਦਾ। ਸ਼ਹਿਰਾਂ ਵਾਲਿਆਂ ਦੀ ਪ੍ਰੋਬਲਮ ਹੈ। ਉਹ ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਫਰਕ ਹੁੰਦਾ। ਫਰਕ ਹੁੰਦਾ ਹੈ ਕਿ ਨੰਨਾ ਤੇ ਨਾਣਾ, ਜਿਵੇਂ ਪਾਣੀ ਤੇ ਪਾਨੀ, ਇਸੇ ਤਰ੍ਹਾਂ ਫਲ ਤੇ ਫਲ, ਇਸੇ ਤਰ੍ਹਾਂ ਬੋਲੀ, ਬੋਲੀ, ਇਹ ਸ਼ਬਦ ਹੁੰਦੇ ਆ ਜਿਨ੍ਹਾਂ ਨੂੰ ਸਾਰੇ ਬੱਚੇ ਨਹੀਂ ਬੋਲ ਸਕਦੇ। ਪਿੰਡਾਂ ਵਾਲੇ ਅਸੀਂ ਦੇਖਿਆ ਕਿ ਬੱਚੇ ਇਹਨਾਂ ਸ਼ਬਦਾਂ ਦਾ ਬਹੁਤ ਵਧੀਆ ਪ੍ਰੋਨਾਂਸੀਏਸ਼ਨ ਕਰਦੇ ਆ, ਤਸੱਲੀਪੂਰਵਕ। ਪਰ ਕਿਉਂਕਿ ਸ਼ਹਿਰਾਂ ਵਾਲੇ ਬੱਚੇ ਪੜ੍ਹੇ ਜ਼ਿਆਦਾ ਤੇ ਉਹ ਨੰਬਰ ਲੈ ਜਾਂਦੇ ਆ ਰਿਟਨ ਟੈਸਟ ਦੇ ਵਿੱਚ। ਸਾਡੇ ਨਾਲ ਵੀ ਇੰਝ ਹੋਇਆ, ਅਸੀਂ ਬੱਚਿਆਂ ਨੂੰ ਸਿਲੈਕਟ ਕਰ ਲਿਆ। ਅਸੀਂ ਆਵਾਜ਼ ਦੇਖਦੇ ਸੀ ਪਹਿਲਾਂ ਵੀ ਬੱਚੇ ਦੀ ਆਵਾਜ਼ ਹੋਣੀ ਚਾਹੀਦੀ ਵਧੀਆ, ਪ੍ਰੋਨਾਂਸੀਏਸ਼ਨ ਉਹਦੀ ਥੋੜ੍ਹੀ ਬਹੁਤੀ ਅਸੀਂ ਠੀਕ ਕਰ ਲੈਂਦੇ ਹੁੰਦੇ ਹਾਂ। ਕਈ ਬੱਚਿਆਂ ਨੂੰ ਨਾ ਤੁਸੀਂ ਦੇਖੋਗੇ ਕਿ ਉਹ ਨਾ ਲਾਲਾ ਨਹੀਂ ਬੋਲ ਸਕਦੇ। ਹੁਣ ਤੁਹਾਨੂੰ ਬੜਾ ਅਜੀਬ ਲੱਗ ਰਿਹਾ ਹੋਵੇਗਾ ਕਿ ਮੈਂ ਲਾਲਾ ਬੋਲ ਰਿਹਾ ਤੇ ਲਾਲਾ ਤੇ ਕੋਈ ਸ਼ਬਦ ਹੀ ਨਹੀਂ ਹੈਗਾ, ਅੱਖਰ ਕੋਈ ਨਹੀਂ ਹੈਗਾ ਪੰਜਾਬੀ ਦੇ ਵਿੱਚ। ਲੇਕਿਨ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪੰਜਾਬੀ ਦੇ ਵਿੱਚ ਉਚਾਰਨ ਦੇ ਲਈ ਵੱਖਰੇ ਵੱਖਰੇ ਨਾਮ ਹੁੰਦੇ ਸੀ ਤੇ ਉਹ ਲਾਲਾ ਵੀ ਹੁੰਦਾ ਸੀ, ਇੱਕ ਤਰਾਤਰਾ ਹੁੰਦਾ ਸੀ। ਇਹ ਦੋਨੋਂ ਸ਼ਬਦ ਮੈਨੂੰ ਮੇਰੀ ਮਾਂ ਨੇ ਦੱਸੇ ਸੀ, ਮੇਰੀ ਉਸ ਮਾਂ ਨੇ ਜਿਸ ਨੇ ਗੁਰਦੁਆਰੇ ਵਿੱਚ ਬੈਠ ਕੇ ਸਵਾਹ ਨੂੰ ਵਿਛਾ ਕੇ ਉਹਦੇ ਉੱਤੇ ਪੜ੍ਹਾਈ ਕੀਤੀ ਸੀ ਭਾਈਆਂ ਕੋਲ। ਤੇ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਪੁੱਤਰ ਇੱਕ ਲਾਲਾ ਹੁੰਦਾ ਸੀ। ਮੈਂ ਕਿਹਾ ਲਾਲਾ ਕਿੱਥੇ ਵਰਤਦੇ ਆ? ਆਪਾਂ ਜਿਵੇਂ ਸ਼ਬਦ ਵਰਤਦੇ ਆ ਫਲ, ਹਲ, ਖਲ। ਹੁਣ ਦੇਖੋ ਇੱਕ ਸ਼ਬਦ ਹੈ ਖਲ, ਖਲ ਮਤਲਬ ਚਮੜੀ। ਲੇਕਿਨ ਜਿਹੜੀ ਬਲਦਾਂ ਦੇ ਜਾਂ ਮੱਝਾਂ ਦੇ, ਗਾਵਾਂ ਦੇ ਖਾਣ ਵਾਸਤੇ ਖਲ ਹੁੰਦੀ ਹੈ, ਉਹਨੂੰ ਖਲ ਕਿਹਾ ਜਾਂਦਾ ਹੈ। ਸੋ ਇਹ ਡਿਫਰੈਂਸ ਹੈਗਾ ਦੋਨਾਂ ਸ਼ਬਦਾਂ ਦੇ ਵਿੱਚ। ਇਸੇ ਤਰ੍ਹਾਂ ਸ਼ਬਦ ਹੈ ਬੋਲੀ, ਭਾਸ਼ਾ। ਦੂਸਰਾ ਸ਼ਬਦ ਹੈ ਬੋਲੀ, ਕੰਨਾਂ ਤੋਂ ਭਾਵ ਕਿ ਲੱਲੇ ਦੇ ਪੈਰ ਵਿੱਚ ਬਿੰਦੀ ਪੈਣ ਲੱਗ ਪਈ ਆ। ਹੁਣ ਜਿਹੜੇ ਹੁਣ ਕਾਇਦੇ ਪੜ੍ਹਾਏ ਜਾਂਦੇ ਆ ਉਹਨਾਂ ਦੇ ਵਿੱਚ ਲੱਲੇ ਪੈਰ ਬਿੰਦੀ ਬਣਾ ਕੇ ਦੱਸਿਆ ਜਾਂਦਾ ਕਿ ਇਹਦਾ ਪ੍ਰੋਨਾਂਸੀਏਸ਼ਨ ਕਿੱਥੇ ਹੋਣਾ। ਬੋਲੀ, ਫਲ, ਕਣ। ਹੁਣ ਕਈਆਂ ਨੂੰ ਕੰਨ ਤੇ ਕਣ ਬੋਲਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਸੀ। ਕਣ ਉਹ ਹੁੰਦਾ ਹੈ, ਕਣ ਤਾਂ ਵੈਸੇ ਵੀ ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਕਣ ਨਹੀਂ ਹੈਗਾ, ਭਾਵ ਕਿ ਇਹਦੇ ਵਿੱਚ ਕੋਈ ਟੇਲੈਂਟ ਨਹੀਂ ਹੈਗਾ। ਇੱਕ ਕਣ ਹੁੰਦਾ ਹੈ ਜਿਹੜਾ ਗੰਢੇ ਦਾ ਬੀਜ ਹੁੰਦਾ, ਉਹਨੂੰ ਕਹਿੰਦੇ ਆ। ਸੋ ਇੰਨੀ ਬਰੀਕੀ ਦੇ ਵਿੱਚ ਰੇਡੀਓ ਜਾਂਦਾ ਹੈ। ਪ੍ਰੋਨਾਂਸੀਏਸ਼ਨ ਸਿੱਖਣ ਦਾ ਸਭ ਤੋਂ ਵਧੀਆ ਢੰਗ ਹੈ ਕਿ ਆਪਣੀ ਜ਼ੁਬਾਨ ਦੀ ਤੁਸੀਂ ਮੂਵਮੈਂਟਸ ਜਿਹੜੀਆਂ ਉਹ ਦੇਖਦੇ ਰਹੋ। ਮੈਨੂੰ ਯਾਦ ਆ ਮੇਰੇ ਕੁਲੀਗ ਸ਼ਹਿਨਾਜ਼ ਜੌਲੀ ਜਲੰਧਰ ਹੁੰਦੇ ਸੀ, ਉਹਨਾਂ ਦੀ ਟਰਾਂਸਫਰ ਪਟਿਆਲੇ ਹੋ ਗਈ ਤੇ ਅਸੀਂ ਖੱਤ ਪੜ੍ਹ ਰਹੇ ਸੀ। ਇੱਕ ਵਾਰੀ ਉਹਨਾਂ ਨੂੰ ਅਸੀਂ ਲਾ ਲਿਆ ਨਾਲ ਕਿ ਤੁਸੀਂ ਖੱਤ ਪੜ੍ਹਿਆ ਕਰੋ ਤੇ ਮੈਂ ਜਵਾਬ ਦਿਆ ਕਰਾਂਗਾ। ਸਾਡੇ ਇੱਥੇ ਪਟਿਆਲੇ ਦੇ ਕੋਲੇ ਭੇਵਾ ਰੋਡ ਤੇ ਇੱਕ ਪਿੰਡ ਹੈ ਮਸੀਂਗਣ। ਮਸੀਂਗਣ ਇੱਕ ਸੰਗਰੂਰ ਵਾਲੇ ਪਾਸੇ ਮਹਿਲਾ ਚੌਂਕ ਦੇ ਕੋਲੇ ਪਿੰਡ ਪੈਂਦਾ ਘਰਾਚੋਂ। ਸੋ ਚਿੱਠੀਆਂ ਉਹਨਾਂ ਕੋਲ ਦੋਨੋਂ ਆਈਆਂ। ਪਹਿਲੀ ਚਿੱਠੀ ਉਹਨਾਂ ਨੇ ਪੜ੍ਹੀ ਮਸੀਂਗਣ ਨੂੰ, ਕਿਉਂਕਿ ਉਹ ਅੰਗਰੇਜ਼ੀ 'ਚ ਲਿਖਿਆ ਹੋਇਆ ਸੀ, ਰੋਮਨ 'ਚ।
ਤਾਂ ਉਹ ਕਹਿੰਦੇ ਕਿ ਜੀ ਆਹ ਚਿੱਠੀ ਫਲਾਣੇ ਫਲਾਣੇ ਨੇ ਭੇਜੀ ਹੈ ਮਸ਼ੀਨ ਗਨ ਤੋਂ। ਮੇਰੇ ਕੰਨ ਇੱਕਦਮ ਚੁਕੰਨੇ ਹੋ ਗਏ। ਮੈਂ ਕਿਹਾ ਜੀ ਇਹ ਕਿਹੜਾ ਪਿੰਡ ਹੈ ਜੀ? ਕਹਿੰਦੇ ਜੀ ਮਸ਼ੀਨ ਗਨ। ਤਾਂ ਮੈਂ ਉਹਨਾਂ ਕੋਲੋਂ ਪੜ੍ਹਿਆ, ਮੈਂ ਕਿਹਾ ਜੀ ਇਹ ਪਿੰਡ ਮਸ਼ੀਨ ਗਨ ਨਹੀਂ ਹੈਗਾ, ਇਹ ਮਸੀਂਗਣ ਹੈ ਪਿੰਡ। ਤਾਂ ਉਹਨਾਂ ਦਾ ਆਪਣਾ ਵੀ ਹਾਸਾ ਨਿਕਲ ਗਿਆ ਤੇ ਮੇਰਾ ਵੀ ਹਾਸਾ ਨਿਕਲ ਗਿਆ ਕਿ ਕਿਵੇਂ ਤੁਹਾਡੀ ਸਥਾਨਕ ਭਾਸ਼ਾ ਦੇ ਸ਼ਬਦ ਪ੍ਰੋਨਾਂਸੀਏਸ਼ਨ ਜਿਹੜੀ ਆ ਉਹ ਜਦੋਂ ਤੁਸੀਂ ਦੂਸਰੀ ਕਿਸੇ ਸਕ੍ਰਿਪਟ 'ਚ ਲਿਖਦੇ ਹੋ ਤੇ ਉੱਥੇ ਬੋਲਣੇ ਬੜੇ ਔਖੇ ਹੋ ਜਾਂਦੇ ਆ। ਦੂਸਰਾ ਪਿੰਡ ਸੀ ਕਰਾਚੋਂ ਪਿੰਡ ਜਦੋਂ ਤੁਸੀਂ ਲਿਖੋਗੇ ਤੇ ਉਹਨੂੰ ਜੇ ਤੁਸੀਂ ਤੋੜ ਕੇ ਪੜੋਗੇ, ਕਿਉਂਕਿ ਜਿਹੜੇ ਬੰਦੇ ਨੇ ਉਹ ਨਾਮ ਕਦੇ ਸੁਣੇ ਹੀ ਨਹੀਂ, ਉਹ ਫਿਰ ਉਹਨੂੰ ਜਦੋਂ ਪੜੂਗਾ ਨਾ ਉਹ ਕਰੋੜ ਕੇ ਪੜੂਗਾ। ਤੇ ਉਹ ਮੈਡਮ ਨੇ ਪੜਿਆ ਕਿ ਇਹ ਚਿੱਠੀ ਆਈ ਹੈ ਜੀ ਘਰਾਂ ਚੋਂ, ਤੇ ਮੇਰੇ ਫਿਰ ਕੰਨ ਖੜੇ ਹੋ ਗਏ। ਮੈਂ ਆਖਿਆ ਮੈਡਮ ਸਾਰੇ ਜਿਹੜੇ ਸਾਡੇ ਸਰੋਤੇ ਆ ਨਾ ਉਹ ਘਰੇ ਬੈਠ ਕੇ ਚਿੱਠੀਆਂ ਲਿਖਦੇ ਆ, ਘਰਾਂ 'ਚ ਹੀ ਲਿਖਦੇ ਆ, ਉਹ ਸੜਕਾਂ 'ਤੇ ਬੈਠ ਕੇ ਨਹੀਂ ਲਿਖਦੇ। ਤੇ ਉਹ ਫਿਰ ਉਹਨਾਂ ਨੂੰ ਦੁਬਾਰੇ ਲੱਗਿਆ ਕਿ ਉਹਨਾਂ ਦੀ ਗਲਤੀ ਦੁਬਾਰੇ ਫੜੀ ਗਈ, ਉਹਨਾਂ ਦਾ ਹਾਸਾ ਨਹੀਂ ਰੁਕਿਆ। ਮੈਂ ਕਿਹਾ ਜੀ ਇਹ ਪਿੰਡ ਕਰਾਚੋਂ ਹੈਗਾ। AM ਤੋਂ ਬਾਅਦ ਜਦੋਂ FM ਦਾ ਕਨਸੈਪਟ ਆਇਆ ਤੇ FM ਜਿਹੜੇ ਨੇ ਉਹ ਇੰਡੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਥਾਪਿਤ ਕਰ ਦਿੱਤੇ ਗਏ। AM ਲੌਂਗ ਵੇਵਲੈਂਥ ਔਰ FM ਜਿਹੜਾ ਹੈ ਉਹ ਸ਼ਾਰਟ ਵੇਵਲੈਂਥ ਨੂੰ ਕਿਹਾ ਜਾਣ ਲੱਗਿਆ। ਤੇ FM ਪਟਿਆਲਾ, FM ਲੁਧਿਆਣਾ, FM ਪਟਿਆਲਾ ਜੋ ਸੀ, ਜੋ 100.2 ਮੈਗਾਹਰਟਜ਼ ਤੇ ਸੁਣਿਆ ਜਾ ਸਕਦਾ ਹੈ, ਉਹ ਉਸ ਵੇਲੇ ਦਾ ਵੀ ਇੰਨਾ ਜ਼ਿਆਦਾ ਮਕਬੂਲ ਨੈਟਵਰਕ ਸੀ ਕਿ ਜਿੱਥੋਂ ਤੱਕ ਉਹਦੀ ਰੀਚ ਸੀ ਲੋਕੀ ਉਹਨੂੰ ਸੁਣਿਆ ਕਰਦੇ ਸੀ। ਔਰ ਸਰਦਾਰ ਅਮਰਜੀਤ ਸਿੰਘ ਵੜੈਚ ਦੀ ਅਗਵਾਈ ਹੇਠ ਇਸ ਨੇ ਬੜੀਆਂ ਹੀ ਲੰਮੀਆਂ ਪੁਲਾਂਘਾਂ ਪੁੱਟੀਆਂ, ਕਿਉਂਕਿ ਇਹਨਾਂ ਨੇ ਕਾਫੀ ਲੰਬਾ ਅਰਸਾ ਇੱਥੇ ਗੁਜ਼ਾਰਿਆ, ਇੱਥੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ। ਇੱਕ ਆਵਾਜ਼ ਦੇ ਨਾਲ ਜਦੋਂ ਸਾਡਾ ਰਾਬਤਾ ਕਾਇਮ ਹੋ ਜਾਂਦਾ ਨਾ, ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਨੂੰ ਇਸ਼ਕ ਹੁੰਦਾ ਪਹਿਲਾਂ ਸ਼ਕਲ ਦੇ ਨਾਲ ਹੁੰਦਾ ਹੈ, ਉਸ ਤੋਂ ਬਾਅਦ ਉਸ ਦੇ ਅੰਦਾਜ਼ ਦੇ ਨਾਲ ਹੁੰਦਾ ਹੈ, ਲੇਕਿਨ ਜੇਕਰ ਉਸ ਦੀ ਆਵਾਜ਼ ਪਿਆਰੀ ਨਾ ਹੋਵੇ, ਉਸ ਦੀ ਆਵਾਜ਼ ਦੇ ਵਿੱਚ ਮਿਠਾਸ ਨਾ ਹੋਵੇ ਤਾਂ ਹੌਲੀ ਇੰਟਰਸਟ ਘਟਦਾ ਤੇ ਹੋਰ ਘਟਦਾ ਚਲਿਆ ਜਾਂਦਾ ਹੈ। ਸੋ ਦੋਸਤੋ, ਯੂਨੀਵਰਸ ਦੇ ਵਿੱਚ ਇਸ ਕੁਦਰਤ ਨੇ ਹਰੇਕ ਚੀਜ਼ ਦੀ ਇੱਕ ਮੈਥਮੈਟੀਕਲ ਕੈਲਕੂਲੇਸ਼ਨ ਰੱਖੀ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਥੋੜਾ ਜਿਹਾ ਕੁਝ ਖਾ ਲਾਂਗੇ ਜਾਂ ਜਲੇਬੀ ਖਾ ਲੇਗਾ ਕੋਈ ਡਾਇਬੀਟਿਕ ਬੰਦਾ, ਅੱਜ ਖਾ ਲਓ ਕੋਈ ਗੱਲ ਨਹੀਂ, ਥੋੜੀ ਜਿਹੀ ਚੀਟਿੰਗ ਕਰ ਲਓ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਪ੍ਰੋਗਰਾਮ ਜਦੋਂ ਅਸੀਂ ਕਰਦੇ ਹੁੰਦੇ ਆ ਨਾ ਤਾਂ ਉਦੋਂ ਬੜੇ ਤਜਰਬੇ ਹੁੰਦੇ ਆ, ਕਈ ਸ਼ਰਾਰਤੀ ਲੋਕ ਹੁੰਦੇ ਆ ਉਹਦੇ ਵਿੱਚ, ਤੇ ਉਹ ਗੱਲ ਕਰਦੇ ਕੁਝ ਨਾ ਕੁਝ ਕਹਿ ਜਾਂਦੇ ਆ। ਪੰਜਾਬੀਆਂ ਨੂੰ ਆਦਤ ਹੈ, ਸਾਡਾ ਤਕੀਆ ਕਲਾਮ ਹੈ ਪੰਜਾਬੀ ਦੇ ਵਿੱਚ ਗਾਲ ਕੱਢਣੀ, ਤੇ ਉਹ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ, ਪਰ ਸਾਨੂੰ ਅਲਰਟ ਰਹਿਣਾ ਪੈਂਦਾ ਹੁੰਦਾ ਸੀ ਕਿ ਕੋਈ ਗਾਲ ਜੇ ਕੱਢ ਰਿਹਾ ਤੇ ਉਹਨੂੰ ਕਿਵੇਂ ਅਸੀਂ ਉਸੇ ਟਾਈਮ ਕਵਰ ਕਰਨਾ, ਕਿਉਂਕਿ ਲਾਈਵ ਦਾ ਮਤਲਬ ਇਹ ਹੁੰਦਾ ਸੀ ਡਿਲੇ ਨਹੀਂ ਸੀ ਹੁੰਦੀ ਵੀ ਆ ਮੈਂ ਗੱਲ ਹੁਣ ਕਰ ਦਿੱਤੀ ਉਹ 5 ਸੈਕਿੰਡਾਂ ਬਾਅਦ ਆਉਣੀ, ਅਸੀਂ ਉਹਨੂੰ ਐਡਿਟ ਕਰ ਲਾਂਗੇ। ਉਹ ਤਾਂ ਸਾਈਮਲਟੇਨੀਅਸਲੀ 2 ਸੈਕਿੰਡ ਦੇ ਵਿੱਚ ਲਾਈਵ ਹੋ ਜਾਂਦੀ ਸੀ, ਗੱਲ ਦੁਬਾਰੇ ਤੁਹਾਡੇ ਤੱਕ ਪਹੁੰਚ ਜਾਂਦੀ ਸੀ। ਸ਼ੁਰੂਆਤੀ ਪ੍ਰੋਗਰਾਮ ਜਦੋਂ ਅਸੀਂ ਕੀਤੇ ਤਾਂ ਸਾਡਾ ਜਿਹੜਾ ਬੰਦਾ ਟੈਲੀਫੋਨ ਪੈਨਲ 'ਤੇ ਬੈਠਾ ਹੋਇਆ ਸੀ ਕੰਸੋਲ 'ਤੇ, ਉਹਦਾ ਮੈਨੂੰ ਮੈਸੇਜ ਆਇਆ ਕਿਉਂਕਿ ਈਅਰਫੋਨ ਲੱਗਿਆ ਸੀ, ਤਾਂ ਉਹਨੇ ਕਿਹਾ ਕਿ ਵੜੈਚ ਸਾਹਿਬ ਅੱਜ ਬੜੀ ਖੁਸ਼ੀ ਦੀ ਗੱਲ ਹੈ, ਸਾਡੇ ਕੋਲੇ ਟੈਲੀਫੋਨ ਜਿਹੜਾ ਆਇਆ ਨਾ ਉਹ ਇੱਕ ਮੰਤਰੀ ਸਾਹਿਬਾਨ ਦਾ ਆਇਆ, ਸਾਬਕਾ ਮੰਤਰੀ ਦਾ। ਮੈਂ ਨਾਮ ਤਾਂ ਨਹੀਂ ਦੱਸਾਂਗਾ, ਉੱਥੇ ਸਾਡੇ ਪਟਿਆਲੇ ਦੇ ਰਹਿਣ ਵਾਲੇ ਨੇ ਉਹ। ਮੈਂ ਨਾਮ ਇਸ ਕਰਕੇ ਨਹੀਂ ਦੱਸਣਾ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਪੋਲੀਟੀਕਲ ਗੱਲ ਸੀ ਇਸ ਤਰ੍ਹਾਂ ਦੀ। ਤੇ ਅਸੀਂ ਉਸ ਦਿਨ ਜਿਹੜਾ ਪ੍ਰੋਗਰਾਮ ਕਰ ਰਹੇ ਸੀ, ਮੇਰੇ ਨਾਲ ਡਾਕਟਰ ਗੁਰਜਿੰਦਰ ਸੋਢੀ ਸੀਗੇ PAU ਵਾਲੇ, ਤੇ ਅਸੀਂ ਕਾਂਗਰਸ ਗਰਾਸ ਦੇ ਉੱਤੇ ਗੱਲ ਕਰ ਰਹੇ ਸੀ, ਜਿਹਨੂੰ ਅਸੀਂ ਕਾਂਗਰਸ ਘਾਹ ਕਹਿੰਦੇ ਆ, ਤੇ ਉਹਦਾ ਜਿਹੜਾ ਸਾਇੰਟੀਫਿਕ ਨੇਮ ਪਾਰਥੀਨੀਅਮ ਹੈ। ਉਹਨੂੰ ਕਾਂਗਰਸ ਇਸ ਕਰਕੇ ਕਹਿੰਦੇ ਕਿ ਉਹ ਇਕੱਠਾ ਉਗਦਾ ਹੈ, ਕਾਂਗਰਸ ਦਾ ਮਤਲਬ ਹੁੰਦਾ ਇਕੱਠ, ਇਸ ਕਰਕੇ ਉਹਨੂੰ ਕਾਂਗਰਸ ਗਰਾਸ ਕਹਿਣ ਲੱਗ ਪਏ, ਬਲਕਿ ਉਹਦਾ ਕੋਈ ਟੈਕਨੀਕਲ ਨਾਮ ਨਹੀਂ ਹੈਗਾ। ਤੇ ਆਇਆ ਤੇ ਵੈਸੇ ਅਮਰੀਕਾ 'ਚੋਂ ਹੈ ਸਾਡੇ, ਜਦੋਂ ਉੱਥੋਂ ਮੈਕਸੀਕਨ ਕਣਕ ਆਈ ਹੈ ਤੇ ਉਹ ਕਣਕ ਦੇ ਨਾਲ ਪੈਕਿੰਗ ਦੇ ਵਿੱਚ ਆਇਆ, ਤੇ ਫਿਰ ਉਹ ਸਾਡੀਆਂ ਟ੍ਰੇਨਾਂ ਦੇ ਵਿੱਚ ਜਦੋਂ ਲਾਇਆ ਗਿਆ ਇੱਥੇ ਕਣਕ ਨੂੰ, ਤੇ ਕਣਕ ਨੂੰ ਪੂਰੇ ਇੰਡੀਆ 'ਚ ਭੇਜਿਆ ਗਿਆ, ਤੇ ਉਹ ਫਿਰ ਨਾ ਜਿਹੜੇ ਰੇਲਵੇ ਟਰੈਕ ਸੀ, ਕਿਉਂਕਿ ਬੋਰੀਆਂ ਪੜ ਜਾਂਦੀਆਂ ਨੇ, ਉਹਦੇ ਨਾਲ ਉਹ ਰੇਲਵੇ ਟਰੈਕਸ ਦੇ ਨਾਲ ਖਿਲਰ ਗਿਆ, ਤੇ ਉਹ ਫਿਰ ਉੱਗਣਾ ਸ਼ੁਰੂ ਹੋ ਗਿਆ। ਫਿਰ ਉਹਦੀ ਗਰੋਥ ਇੰਨੀ ਹੈ ਕਿ ਉਹ ਇੱਕ ਬੂਟਾ 5000 ਬੂਟੇ ਪੈਦਾ ਕਰ ਸਕਦਾ। ਤਾਂ ਉਹ ਹੌਲੀ ਖਿੰਡਣਾ ਸ਼ੁਰੂ ਹੋ ਗਿਆ, ਹਵਾ ਚੱਲਦੀ ਹੈ, ਪੱਕ ਕੇ ਬੀਜ ਉੱਥੇ ਡਿੱਗ ਪਏ, ਅਗਲੀ ਟ੍ਰੇਨ ਆਈ ਉਹਨੇ ਹੋਰ ਉਡਾਤੇ, ਫਿਰ ਉਹ ਖੇਤਾਂ 'ਚ ਚਲੇ ਗਏ, ਫਿਰ ਅੱਗੋਂ ਦੀ ਅੱਗੇ ਇੱਕ ਕਾਂਗਰਸ ਗਰਾਸ ਪੂਰੀ ਹਿੰਦੁਸਤਾਨ ਦੇ ਵਿੱਚ ਸਾਡੇ ਇੰਜ ਫੈਲਿਆ। ਸਾਡਾ ਆਪਣਾ ਇੱਥੋਂ ਦਾ ਬੂਟਾ ਨਹੀਂ, ਇਸ ਕਰਕੇ ਉਹ ਜਿੱਥੇ ਉੱਗਦਾ ਉਹ ਤੇਜ਼ਾਬੀ ਜਿਹੜਾ ਉਹ ਮਾਦਾ ਪੈਦਾ ਕਰਦਾ। ਸੋ ਉਹ ਕਹਿੰਦੇ ਜੀ ਮੰਤਰੀ ਜੀ ਦਾ ਫੋਨ ਹੈ, ਤੇ ਮੈਂ ਕਿਹਾ ਜੀ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਮੈਂ ਉਹਨਾਂ ਦਾ ਸਵਾਗਤ ਕੀਤਾ, ਤੇ ਉਹ ਕਹਿੰਦੇ ਵੀ ਮੈਂ ਕਾਂਗਰਸ ਬਾਰੇ ਗੱਲ ਕਰਨੀ ਹੈ। ਤਾਂ ਮੈਨੂੰ ਲੱਗਿਆ ਵੀ ਉਹ ਸ਼ਾਇਦ ਕਾਂਗਰਸ ਘਾਹ ਬਾਰੇ ਗੱਲ ਕਰਨ ਲੱਗੇ ਆ। ਉਹ ਮੈਨੂੰ ਕਹਿੰਦੇ ਜੀ ਵੈਸੇ ਜਿਹੜੀ ਕਾਂਗਰਸ ਹੈ ਨਾ, ਇਹ ਅਮਰੀਕਾ ਦੇ ਵਿੱਚ ਵੀ ਬੜੀ ਤੰਗ ਕਰਦੀ ਹੈ,
ਤੇ ਮੈਂ ਉਹਨਾਂ ਦੀ ਗੱਲ ਸਮਝ ਗਿਆ ਵੀ ਇਹ ਪੋਲੀਟੀਕਲ ਪਾਸੇ ਲੈ ਕੇ ਜਾਣ ਚਾਹੁੰਦੇ ਆ। ਹਾਂ ਇੰਨਾ ਮੈਂ ਦੱਸ ਦਿੰਦਾ ਕਿ ਉਹ ਅਕਾਲੀ ਪਾਰਟੀ ਦੇ ਸੀਗੇ, ਇਸ ਕਰਕੇ ਉਹਨਾਂ ਨੇ ਕਾਂਗਰਸ 'ਤੇ ਤਵਾ ਲਾਇਆ ਤੇ ਕਹਿੰਦੇ ਕਾਂਗਰਸ ਜਿਹੜੀ ਆ ਹਿੰਦੁਸਤਾਨ 'ਚ ਵੀ ਖਰਾਬ ਕਰ ਰਹੀ ਹੈ ਤੇ ਕਾਂਗਰਸ ਪੰਜਾਬ 'ਚ ਵੀ ਖਰਾਬ ਕਰ ਰਹੀ ਹੈ। ਤਾਂ ਫਿਰ ਮੈਂ, ਕਿਉਂਕਿ ਜਿਹੜੇ ਸਾਡੇ ਕੰਪੀਅਰਸ ਹੁੰਦੇ ਉਹਨਾਂ ਨੂੰ ਵੀ ਪਤਾ ਹੈ ਸਾਨੂੰ ਗੱਲ ਨੂੰ ਪਾਸਾ ਪਲਟਾਉਣਾ ਆਉਂਦਾ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਮੰਤਰੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਸੀਂ ਗੱਲ ਕਾਂਗਰਸ ਘਾਹ ਦੀ ਕਰ ਰਹੇ ਹਾਂ, ਕਾਂਗਰਸ ਪਾਰਟੀ ਦੀ ਨਹੀਂ ਕਰਦੇ, ਪਰ ਤੁਸੀਂ ਫੋਨ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਸਾਡੇ ਹੱਥ 'ਚ ਹੀ ਹੁੰਦਾ ਅਸੀਂ ਫੋਨ ਜਿਹੜਾ ਉਹ ਕੱਟ ਦੇਣਾ ਹੁੰਦਾ। ਸੋ ਉਹਨਾਂ ਦਾ ਅਸੀਂ ਫੋਨ ਕੱਟ ਦਿੱਤਾ। ਬਾਅਦ ਦੇ ਵਿੱਚ ਉਹਦੀ ਚਰਚਾ ਵੀ ਹੁੰਦੀ ਰਹੀ ਕਿ ਮੰਤਰੀ ਨੇ ਇੱਕ ਮੌਕਾ ਲਿਆ ਗੱਲ ਕਰਨ ਦਾ, ਲੋਕਾਂ ਤੱਕ ਪਹੁੰਚਣ ਦਾ, ਪਰ ਉਹ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਉਹਨੇ ਉੱਥੇ ਹੀ ਰਹਿ ਗਿਆ, ਪੋਲਿਟਿਕਸ ਦੇ ਵਿੱਚ ਰਹਿ ਕੇ ਉੱਥੇ ਉਹਦੀ ਗੱਲ ਖਤਮ ਹੋ ਗਈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ। ਹੋਰ ਵੀ ਕਈ ਵਾਰੀ ਹੋਇਆ ਕਿ ਇੱਕ ਵਾਰੀ ਸਾਡੇ ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਐਕਸਪਰਟ ਆਇਆ ਐਗਰੀਕਲਚਰ ਡਿਪਾਰਟਮੈਂਟ ਦਾ, ਮੈਂ ਮਾਫੀ ਚਾਹਾਂਗਾ ਐਗਰੀਕਲਚਰ ਡਿਪਾਰਟਮੈਂਟ ਤੋਂ। ਉਹਦੇ ਵਿੱਚ ਉਹਨੇ ਇੱਕ ਦਵਾਈ ਦਾ ਨਾਂ ਲਿਆ। ਉਹ ਦਵਾਈ 2 ਸਾਲ ਪਹਿਲਾਂ ਬੈਨ ਹੋ ਚੁੱਕੀ ਸੀ। ਫਾਰਮਰ ਸਾਡਾ ਕਿੰਨਾ ਸਿਆਣਾ ਹੈ, ਇਹ ਫਾਰਮਰ ਸੀਗਾ ਅਮਲੋਹ ਦੇ ਇਲਾਕੇ ਦਾ, ਔਰ ਉਹ ਗੱਲ ਹੋ ਰਹੀ ਸੀ ਸੂਰਜਮੁਖੀ ਦੇ ਉੱਤੇ ਕਿਸੇ ਬਿਮਾਰੀ ਦੀ, ਔਰ ਉਹ ਦਵਾਈਆਂ ਬਾਰੇ ਦੱਸ ਰਿਹਾ ਸੀ, ਕਿਉਂਕਿ ਅਮਲੋਹ ਦਾ ਇਲਾਕਾ ਜਿਹੜਾ ਨਾ ਇਹਦੇ ਵਿੱਚ ਸੂਰਜਮੁਖੀ ਦੀ ਫਸਲ ਬਹੁਤ ਹੁੰਦੀ ਹੈ। ਉਸ ਕਿਸਾਨ ਨੇ ਪਹਿਲਾਂ ਫੋਨ ਕੀਤਾ ਤੇ ਉਸ ਫੋਨ ਦੇ ਵਿੱਚ ਉਸ ਐਕਸਪਰਟ ਨੇ ਉਹ ਦਵਾਈ ਦਾ ਨਾਮ ਲੈ ਦਿੱਤਾ ਤੇ ਫੋਨ ਉਹਦਾ ਕੱਟਿਆ ਗਿਆ ਕਿਸਾਨ ਦਾ। ਉਸ ਕਿਸਾਨ ਨੇ ਦੁਬਾਰੇ ਫੇਰ ਫੋਨ ਕੀਤਾ ਔਰ ਕਹਿੰਦਾ ਵੈਸੇ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਨਾਲ ਜਿਹੜੇ ਐਕਸਪਰਟ ਬੈਠੇ ਨੇ ਖੇਤੀਬਾੜੀ ਵਿਭਾਗ ਦੇ, ਇਹਨਾਂ ਨੇ ਜਿਹੜੀ ਦਵਾਈ ਦਾ ਨਾਮ ਲਿਆ ਹੈ ਇਹ ਦਵਾਈ ਤਾਂ ਬੈਨ ਹੋ ਚੁੱਕੀ ਹੋਈ ਹੈ। ਔਰ ਮੈਨੂੰ ਬੜੀ ਅਫਸੋਸ ਦੀ ਗੱਲ ਹੋਈ ਕਿ ਉਸ ਐਕਸਪਰਟ ਨੂੰ ਉਦੋਂ ਵੀ ਨਹੀਂ ਪਤਾ ਲੱਗਿਆ ਕਿ ਉਹਨੇ ਕਿਸੇ ਬੈਨ ਦਵਾਈ ਦਾ ਨਾਮ ਲੈ ਦਿੱਤਾ। ਖੈਰ ਪ੍ਰੋਗਰਾਮ ਸਾਡਾ ਥੋੜ੍ਹਾ ਜਿਹਾ ਲੰਮਾ ਸੀ। ਅਸੀਂ ਨਾਲ ਦੀ ਨਾਲ PAU ਨੂੰ ਟੈਲੀਫੋਨ 'ਤੇ ਕੰਟੈਕਟ ਕੀਤਾ, ਉੱਥੋਂ ਕਨਫਰਮ ਕੀਤਾ, ਕਿਉਂਕਿ ਸਾਨੂੰ ਤਾਂ ਪਤਾ ਨਹੀਂ ਕਿਹੜੀ ਕਿਹੜੀ ਦਵਾਈ ਬੈਨ ਹੋ ਗਈ ਹੈ। ਸਾਨੂੰ ਨਾਲ ਦੀ ਨਾਲ ਉਹਨਾਂ ਨੇ ਦੱਸਿਆ। ਅਸੀਂ ਉਸ ਕਿਸਾਨ ਦਾ ਵੀ ਧੰਨਵਾਦ ਕੀਤਾ ਤੇ ਅਸੀਂ ਮਾਫੀ ਵੀ ਮੰਗੀ ਕਿ ਗਲਤੀ ਨਾਲ ਅਸੀਂ ਉਸ ਐਕਸਪਰਟ ਨੂੰ ਬਚਾਇਆ ਕਿ ਗਲਤੀ ਨਾਲ ਮੂੰਹ 'ਚੋਂ ਨਿਕਲ ਗਿਆ। ਸਾਡਾ ਕਿਸਾਨ ਕਿੰਨਾ ਐਡਵਾਂਸ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਜੱਟ ਬੂਟ ਹੁੰਦੇ ਆ। ਕਿਸਾਨ ਸਾਡਾ ਬਹੁਤ ਐਡਵਾਂਸ ਹੈ, ਸਿਰਫ ਲੋੜ ਹੈ ਇਸ ਵਕਤ ਉਸ ਨੂੰ ਸਰਕਾਰਾਂ ਦੀ ਸਪੋਰਟ ਦੀ। ਦੋਸਤੋ, ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਰੇਡੀਓ ਨੂੰ ਇੱਕ ਇੰਟੈਲੀਜੈਂਟ ਬਾਕਸ ਕਿਹਾ ਜਾਂਦਾ ਹੈ ਔਰ ਟੀਵੀ ਨੂੰ ਕਿਹਾ ਜਾਂਦਾ ਹੈ ਈਡੀਅਟ ਬਾਕਸ। ਇੰਟੈਲੀਜੈਂਟ ਬਾਕਸ ਅਸੀਂ ਰੇਡੀਓ ਨੂੰ ਤਾਂ ਕਹਿੰਦੇ ਹਾਂ ਕਿਉਂਕਿ ਜਦੋਂ ਅਸੀਂ ਆਵਾਜ਼ ਦੇ ਜ਼ਰੀਏ ਆਰਟਿਸਟ ਨੂੰ ਸੁਣਦੇ ਹਾਂ ਜਾਂ ਕਿਸੇ ਨੂੰ ਵੀ ਸੁਣਦੇ ਹਾਂ, ਆਵਾਜ਼ ਦੇ ਨਾਲ ਸਾਡੀ ਇਸ ਕਿਸਮ ਦੀ ਕਨੈਕਟੀਵਿਟੀ ਬਣ ਜਾਂਦੀ ਹੈ ਕਿ ਅਸੀਂ ਮੰਨ ਲਓ ਕਿ ਰੇਡੀਓ 'ਤੇ ਕੋਈ ਆਰਜੇ ਸਾਨੂੰ ਕੋਈ ਕਹਾਣੀ ਸੁਣਾ ਰਿਹਾ ਹੈ ਤੇ ਇੰਨੀ ਜ਼ਿਆਦਾ ਕਨੈਕਟੀਵਿਟੀ ਬਣ ਜਾਏਗੀ ਕਿ ਅਸੀਂ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਸਟੋਰੀਜ਼ ਨੂੰ, ਉਹਨਾਂ ਨੂੰ ਚਿਤਰਨ ਲੱਗ ਜਾਂਦੇ ਹਾਂ ਆਪਣੇ ਮਾਈਂਡ ਦੇ ਵਿੱਚ। ਪਰ ਜਦੋਂ ਅਸੀਂ ਟੀਵੀ ਦੇਖਦੇ ਹਾਂ ਤੇ ਉਹ ਇੱਦਾਂ ਲੱਗਦਾ ਕਿ ਕੋਈ ਈਡੀਅਟ ਜਿੱਦਾਂ ਬੈਠਾ ਦੇਖ ਰਿਹਾ। ਈਡੀਅਟ ਬਾਕਸ ਕਹਿਣ ਤੋਂ ਭਾਵ ਹੈ ਕਿ ਉੱਥੇ ਆਵਾਜ਼ ਵੀ ਹੁੰਦੀ ਹੈ, ਉੱਥੇ ਦ੍ਰਿਸ਼ ਵੀ ਹੁੰਦੇ ਨੇ। ਸੋ ਸਾਡਾ ਆਪਣਾ ਦਿਮਾਗ ਜਿਹੜਾ ਉੱਥੇ ਕੰਮ ਨਹੀਂ ਕਰਦਾ, ਅਸੀਂ ਟੋਟਲੀ ਡਿਪੈਂਡ ਹੋ ਜਾਂਦੇ ਹਾਂ ਟੀਵੀ 'ਤੇ। ਸੋ ਆਕਾਸ਼ਵਾਣੀ ਦੀ ਅਸੀਂ ਗੱਲ ਕਰ ਰਹੇ ਸੀ। ਸਰੋਤੇ ਇਸ ਵੱਡੀ ਤਾਦਾਦ ਦੇ ਵਿੱਚ ਆਕਾਸ਼ਵਾਣੀ ਨਾਲ ਜੁੜੇ ਹੋਏ ਸੀ ਔਰ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਆਕਾਸ਼ਵਾਣੀ ਹਰ ਘੰਟੇ, 1.5 ਘੰਟੇ ਬਾਅਦ, ਹਰ ਅੱਧੇ ਘੰਟੇ ਬਾਅਦ ਜਿਹੜਾ ਉਹ ਦੱਸਿਆ ਕਰਦਾ ਸੀ ਕਿ ਸਮਾਂ ਮਿਲਾਓ ਦੋਸਤੋ, ਇਸ ਵੇਲੇ 10:05 ਹੋ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਖੂਬਸੂਰਤ ਗੱਲ ਸੀ ਕਿ ਲੋਕ ਜਿਹੜੇ ਨੇ ਉਹ ਟਾਈਮ ਮਿਲਾਇਆ ਕਰਦੇ ਸਨ ਆਕਾਸ਼ਵਾਣੀ ਨੂੰ ਸੁਣ ਕੇ। ਸੋ ਬਹੁਤ ਹੀ ਵਧੀਆ ਵਧੀਆ ਐਕਸਪੀਰੀਐਂਸਿਸ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਅੱਜ ਸਾਡੇ ਨਾਲ ਸਾਂਝਾ ਕੀਤੇ ਔਰ ਰੇਡੀਓ ਸਾਨੂੰ ਲੱਗਦਾ ਸੀ ਕਿ ਸਮੇਂ ਦੇ ਨਾਲ ਨਾਲ, ਗੁਜ਼ਰਦੇ ਸਮੇਂ ਦੇ ਨਾਲ ਨਾਲ ਜੋ ਹੈ ਉਹ ਚੇਂਜ ਹੋ ਜਾਏਗਾ ਜਾਂ ਇਸ ਦਾ ਰੁਝਾਨ ਘਟ ਜਾਏਗਾ, ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੈ ਦੋਸਤੋ। ਕਿਉਂਕਿ ਹੁਣ ਜਿਸ ਤਰ੍ਹਾਂ ਲੋਕਾਂ ਦਾ ਟਰੈਵਲਿੰਗ ਟਾਈਮ ਵੱਧ ਗਿਆ ਹੈ, ਉੱਦਾਂ ਹੀ ਇੱਕ ਲਿਸਨਿੰਗ ਟਾਈਮ ਜਿਹੜਾ ਹੈ ਉਸ ਦੇ ਵਿੱਚ ਇਜ਼ਾਫਾ ਹੋ ਗਿਆ ਹੈ ਕਿਉਂਕਿ ਲੋਕੀ ਜ਼ਿਆਦਾ ਟਰੈਵਲ ਕਰ ਰਹੇ ਨੇ, ਦੂਰ ਦੂਰ ਤੱਕ ਪੈਸੇ ਕਮਾਉਣ ਜਾਂਦੇ ਨੇ ਔਰ ਲੌਂਗ ਡਰਾਈਵਸ ਦਾ ਅੱਜ ਕੱਲ੍ਹ ਰੁਝਾਨ ਵੱਧ ਗਿਆ ਹੈ। ਅਤੇ ਰਿਕਾਰਡਿਡ ਸੌਂਗਸ ਕਿਉਂਕਿ ਅਸੀਂ ਰਿਕਾਰਡ ਹੀ ਕੀਤੇ ਹੁੰਦੇ ਤੇ ਉਹ ਦੁਬਾਰਾ ਪਲੇ ਕਰਨ ਦੇ ਵਿੱਚ
ਇੰਨਾ ਮਜ਼ਾ ਨਹੀਂ ਹੈ ਜਿੰਨਾ ਕਿ ਰੇਡੀਓ ਦੇ ਉੱਤੇ ਤੁਸੀਂ ਲਾਈਵ ਕਮੈਂਟਰੀ ਸੁਣ ਰਹੇ ਹੋ, ਤੁਸੀਂ ਕੰਪੇਅਰਿੰਗ ਸੁਣ ਰਹੇ ਹੋ ਤੇ ਨਾਲੋਂ ਨਾਲ ਉਹ ਤੁਹਾਨੂੰ ਐਂਟਰਟੇਨ ਕਰ ਰਿਹਾ ਹੈ ਤੇ ਆਪਣੀ ਆਵਾਜ਼ ਦੇ ਨਾਲ, ਆਪਣੇ ਇੱਕ ਵੱਖਰੇ ਅੰਦਾਜ਼ ਦੇ ਨਾਲ ਤੁਹਾਨੂੰ ਇੱਕ ਵੱਖਰੇ ਹੀ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਹੈ ਆਰਜੇ। ਸੋ ਇੱਕ ਰਿਸਰਚ ਮੁਤਾਬਿਕ ਕਿ ਜਿਸ ਤਰ੍ਹਾਂ ਸਾਡਾ ਇੱਕ ਟਾਈਮ ਜਿਹੜਾ ਹੈ, ਟਰੈਵਲਿੰਗ ਟਾਈਮ ਵੱਧ ਰਿਹਾ ਹੈ, ਉੱਦਾਂ ਹੀ ਸਾਡੀ ਲਿਸਨਿੰਗ ਜਿਹੜੀ ਹੈ ਵੱਧ ਰਹੀ ਹੈ। ਇਸ ਤੋਂ ਇਲਾਵਾ ਹੁਣ ਨਿਊਜ਼ਪੇਪਰਸ ਦਾ ਰੁਝਾਨ ਘਟ ਗਿਆ ਹੈ। ਇਸ ਤੋਂ ਇਲਾਵਾ ਹੁਣ ਟੀਵੀ ਲੋਕੀ ਬਹੁਤ ਜ਼ਿਆਦਾ ਘੱਟ ਦੇਖਦੇ ਨੇ। ਤੁਹਾਡੇ ਮੇਰੇ ਵਿੱਚੋਂ ਵੀ ਅਗਰ ਅਸੀਂ ਦੇਖੀਏ ਤਾਂ ਅਸੀਂ ਜ਼ਿਆਦਾਤਰ ਸਮਾਂ ਜਿਹੜਾ ਉਹ ਫੋਨ 'ਤੇ ਹੀ ਬਿਤਾਉਂਦੇ ਹਾਂ। ਇਸ ਕਰਕੇ ਟੀਵੀ ਅਸੀਂ ਬਹੁਤ ਘੱਟ ਦੇਖਦੇ ਹਾਂ। ਔਰ ਪੜ੍ਹਨਾ, ਕਿਉਂਕਿ ਪੜ੍ਹਨਾ ਸਾਨੂੰ ਕਨਸੈਂਟਰੇਟ ਹੋਣ ਵਾਸਤੇ ਲੋਚਦਾ ਹੈ ਔਰ ਬਹੁਤ ਧਿਆਨ ਸਾਨੂੰ ਦੇਣਾ ਪੈਂਦਾ ਹੈ। ਸੋ ਪੜ੍ਹਾਈ ਜਿਹੜੀ ਹੈ ਜਾਂ ਪੜ੍ਹਨ ਤੋਂ ਅਸੀਂ ਵਿਰਵੇ ਹੋ ਗਏ ਹਾਂ। ਖੈਰ, ਰੇਡੀਓ ਦੇ ਇਹ ਬਾਕਮਾਲ ਕਿੱਸੇ ਤੁਹਾਨੂੰ ਕਿੰਨੇ ਕੁ ਪਸੰਦ ਆਏ? ਸਾਨੂੰ ਉਮੀਦ ਹੈ ਕਿ ਤੁਸੀਂ ਕਮੈਂਟਸ ਦੇ ਜ਼ਰੀਏ, ਕੰਪਲੀਮੈਂਟਸ ਦੇ ਜ਼ਰੀਏ ਆਪਣੇ ਰਿਐਕਸ਼ਨਸ ਜਿਹੜੇ ਨੇ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋਗੇ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਅਨਮਿਊਟ ਕਿੱਸੇ ਸਰਦਾਰ ਅਮਰਜੀਤ ਸਿੰਘ ਵੜੈਚ ਹੋਰਾਂ ਦੇ ਬਾਕਮਾਲ ਇਮੋਸ਼ਨਲ ਜਾਂ ਹਾਸੇ ਕਿੱਸੇ ਜਿਹੜੇ ਸੀ, ਮਜ਼ਾਹੀਆ ਕਿੱਸੇ ਸੀ, ਉਹ ਤਮਾਮ ਤੁਸੀਂ ਇਹਨਾਂ ਦਾ ਆਨੰਦ ਮਾਣਿਆ ਹੋਏਗਾ। ਮੈਨੂੰ ਯਾਨੀ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਅਗਲੀ ਵਾਰ ਫਿਰ ਤੋਂ ਕਿਸੇ ਹੋਰ ਪਰਸਨੈਲਿਟੀ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਬਾਕਮਾਲ ਕਿੱਸਿਆਂ ਦੇ ਨਾਲ ਤੁਹਾਡੀਆਂ ਦਹਲੀਜ਼ਾਂ ਤੇ ਦਿਆਂਗੇ ਦਸਤਕ। ਤਦ ਤੱਕ ਲਈ ਦੇਖਦੇ ਰਹੋ ਦਾ ਅਨਮਿਊਟ।